ਜੈ ਮਸੀਹ ਦੀ ਭੈਣੋ ਤੇ ਭਰਾਵੋ ਗॉड ਬlesਸ ਯੂ ਤੁਹਾਨੂੰ ਅੱਜ ਦਾ ਦਿਨ ਬਹੁਤ ਬਹੁਤ ਮੁਬਾਰਕ ਹੋਵੇ ਤੇ ਅੱਜ ਦੀ ਮੀਟਿੰਗ ਵੀ ਬਰਕਤ ਵਾਲੀ ਹੋਵੇ God bless you everyone mightily and God bless you and we pray that today's service will be a blessed one too. ਪ੍ਰਭੂ ਦੇ ਭੈਣੋ ਆਪਾਂ ਇਹਨਾਂ ਦਿਨਾਂ ਵਿੱਚ ਰੈਵਲੇਸ਼ਨ ਦੀ ਬੁੱਕ ਦੇ ਵਿੱਚ ਸਟੱਡੀ ਕਰ ਰਹੇ ਹੈਗੇ ਆ ਤੇ ਆਪਾਂ ਦੇਖਿਆ ਹੈਗਾ ਆ ਰੈਪਚਰ ਦੇ ਉੱਤੇ ਵੀ ਕਿਸ ਤਰ੍ਹਾਂ ਰੈਪਚਰ ਆਉਣ ਵਾਲੀ ਹੈ ਤੇ ਚਰਚ ਨੇ ਚੱਕਿਆ ਜਾਣਾ ਤੇ ਸਵਰਗ ਦੇ ਵਿੱਚ ਪਹੁੰਚੇਗਾ And in these days brothers and sisters we are doing a study of a book of Revelations how the rapture is very near and soon the church will be lifted up. ਤੇ ਸਵਰਗ ਦੇ ਵਿੱਚ ਚੌਥੇ ਚੈਪਟਰ ਦੇ ਵਿੱਚ ਰੈਵਲੇਸ਼ਨ ਚੈਪਟਰ 4 ਦੇ ਵਿੱਚ ਸਵਰਗ ਦੇ ਵਿੱਚ ਯਹੋਨਾ ਦਰਸ਼ਨ ਦੇਖ ਰਿਹਾ ਤੇ ਉਹਨੂੰ ਤਖਤ ਲੱਗਿਆ ਹੋਇਆ ਦਿੰਦਾ ਆ ਤੇ ਉਹ ਤਖਤ ਦੇ ਚਾਰੋਂ ਪਾਸੇ ਉਹਨੂੰ ਹੋਰ ਕੁਝ ਵੀ ਨਜ਼ਰ ਆਉਂਦਾ ਆ ਲੇਕਿਨ ਇੱਕ ਐਸੀ ਚੀਜ਼ ਦੇ ਬਾਰੇ ਅੱਜ ਆਪਾਂ ਸਿੱਖਾਂਗੇ ਜਿਹਦੇ ਬਾਰੇ ਲੋਕਾਂ ਨੂੰ ਬਹੁਤ ਸੇ ਮਿਸਅੰਡਰਸਟੈਂਡਿੰਗ ਰਹੀ ਹੈ And in the book of Revelation chapter 4 we're gonna learn today when John is having a vision and he sees the throne and what else he sees around the throne and this particular thing sometimes a lot of people have doubt about it. ਲੋਕ ਹਮੇਸ਼ਾ ਸਵਾਲ ਕਰਦੇ ਨੇ ਕਿ ਪਾਸਟਰ ਜੀ ਉਹ ਤਖਤ ਦੇ ਚਾਰੋਂ ਪਾਸੇ ਜਿਹੜੀਆਂ 24 ਗੱਦੀਆਂ ਲੱਗੀਆਂ ਹੋਈਆਂ ਨੇ ਤੇ ਉਹਦੇ ਤੇ 24 ਬੰਦੇ ਬਿਰਾਜਮਾਨ ਨੇ ਬਜ਼ੁਰਗ ਬਿਰਾਜਮਾਨ ਨੇ ਉਹ ਕੌਣ ਨੇ And a lot of time people ask that Pastor Ji in the heaven there are 24 thrones there and there are 24 elders sitting on them. Who are they? ਆਓ ਦੇਖੀਏ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਪ੍ਰਕਾਸ਼ ਦੀ ਪੋਥੀ ਚੈਪਟਰ 4 ਵਰਸ 4 Let's see in the word of God Revelations chapter 4 verse 4. ਜੀ ਹਾਂ ਤਖਤ ਦੇ ਚਾਰੇ ਪਾਸੇ ਗੋਲ ਸਰਕਲ ਵਿੱਚ ਲੱਗੇ ਹੋਏ 24 ਤਖਤਾਂ ਤੇ 24 ਬਜ਼ੁਰਗ ਬੈਠੇ ਹੋਏ ਸਨ ਉਹਨਾਂ ਬਜ਼ੁਰਗਾਂ ਨੇ ਚਿੱਟੇ ਕੱਪੜੇ ਪਹਿਨੇ ਹੋਏ ਤੇ ਸਿਰਾਂ ਤੇ ਸੋਨੇ ਦੇ ਤਾਜ ਪਹਿਨੇ ਹੋਏ ਸਨ ਵਾਓ ਜ਼ਬਰਦਸਤ ਨਜ਼ਾਰਾ ਹੈ ਸਵਰਗ ਵਿੱਚ ਪ੍ਰਭੂ ਦੇ ਵਿੱਚ 24 ਬਜ਼ੁਰਗ 24 ਤਖਤਾਂ ਤੇ ਬੈਠੇ ਨੇ And the word of God says that surrounding the throne were 24 other thrones and seated on them were 24 elders. ਪ੍ਰਭੂ ਦੇ ਭੈਣੋ ਇਹ ਜਿਹੜੇ 24 ਬਜ਼ੁਰਗ ਨੇ ਇਹ ਜਿਹੜੇ ਤਖਤ ਤੇ ਬੈਠੇ ਨੇ ਇਹ ਕੀ ਰਿਪਰੈਜ਼ੈਂਟ ਕਰਦੇ ਨੇ And brothers and sisters these 24 elders what do they represent? ਇਹ ਜਿਹੜੇ ਬਜ਼ੁਰਗ ਦਾ ਨਾਮ ਲਿਆ ਗਿਆ ਆ ਇਹ ਹਮੇਸ਼ਾ ਹੈਡ ਆਫ ਦਾ ਫੈਮਿਲੀ ਨੂੰ ਰਿਪਰੈਜ਼ੈਂਟ ਕਰਦੇ ਨੇ ਯਾਨੀ ਕਿ ਇੱਕ ਪਰਿਵਾਰ ਦਾ ਸਿਰ And these elders are always representing a head of the family. ਲੇਕਿਨ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਅੱਗੇ ਜਾ ਕੇ ਪਰਮੇਸ਼ਰ ਵਚਨ ਦੱਸਦਾ ਹੈ ਆਪਾਂ ਨੂੰ ਕਿ ਇਹ ਜਿਹੜੇ ਹੈਗੇ ਨੇ ਇਹ ਆਪਣੇ ਮੂੰਹ ਪਰ ਨਹੀਂ ਡਿੱਗ ਪੈਂਦੇ ਨੇ ਤੇ ਆਪਣੇ ਮੁਕਟ ਲਾ ਕੇ ਪਰਮੇਸ਼ਰ ਦੇ ਚਰਨਾਂ 'ਚ ਰੱਖਦੇ ਨੇ ਤੇ ਪਰਮੇਸ਼ਰ ਨੂੰ ਮਹਿਮਾ ਉਹਨੂੰ ਜਲਾਲ ਉਹਦੀ ਇੱਜ਼ਤ ਉਹਦੀ ਵਡਿਆਈ ਕਰਦੇ ਨੇ And later on we will also see that how they go on their knees and they're worshiping the Lord and even they take out their crowns and put it on the Lord's feet. ਇਹਦਾ ਮਤਲਬ ਆ ਹੋਇਆ ਪ੍ਰਭੂ ਦੇ ਭੈਣੋ ਉਹ ਸਵਰਗ ਦੇ ਵਿੱਚ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਵਰਸ਼ਿਪ ਲੀਡਰਸ ਹੋਣਗੇ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਲੀਡ ਰੋਲ ਕਰ ਰਹੇ ਹੈਗੇ ਨੇ ਵਰਸ਼ਿਪ ਦਾ ਤੇ ਪਰਮੇਸ਼ਰ ਨੂੰ ਮਹਿਮਾ ਦੇਣ ਦਾ ਪਰਮੇਸ਼ਰ ਨੂੰ ਜਲਾਲ ਦੇਣ ਦਾ And we can say in one way that they will be the worship leaders that they are doing the lead role of worshiping the Lord God Almighty. ਸੋ ਇਹ 24 ਬਜ਼ੁਰਗ ਕੌਣ ਨੇ ਬਈ Who are these 24 elders? ਤਿੰਨ ਮਿਸਅੰਡਰਸਟੈਂਡਿੰਗਸ ਲੋਕਾਂ ਨੂੰ ਆਉਂਦੀਆਂ ਨੇ ਤਿੰਨ ਵੱਖਰੇ ਤਰੀਕੇ ਦੇ ਨਾਲ ਲੋਕ ਸੋਚਦੇ ਨੇ ਕਿ ਇਹ ਕੌਣ ਨੇ And there are three different ways that people sometimes guess that how what these people can be. ਪਹਿਲੇ ਨੰਬਰ ਤੇ ਕਈ ਲੋਕ ਕਹਿੰਦੇ ਨੇ ਇਹ ਤਾਂ ਐਂਜਲਸ ਨੇ ਜਿਹੜੇ ਉੱਤੇ ਪਰਮੇਸ਼ਰ ਦੇ ਦੂਤ ਨੇ ਉਹ ਨੇ And sometimes people think that they are angels of the Lord. ਕਈ ਕਹਿੰਦੇ ਨੇ ਇਹ ਪੁਰਾਣੇ ਨੇਮ ਦੇ ਸੰਤ ਨੇ And some people think that the Old Testament saints. ਜਾਂ ਕਈ ਕਹਿੰਦੇ ਨੇ ਪੁਰਾਣੇ ਤੇ ਨਵੇਂ ਨੇਮ ਦੇ ਸੰਤ ਨੇ And some think that they're Old and New Testament saint. ਲੇਕਿਨ ਤੀਸਰੇ ਨੰਬਰ ਤੇ ਕਈ ਕਹਿੰਦੇ ਨੇ ਕਿ ਇਹ ਚਰਚ ਆ And some people also think that that's the church of the Lord. ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹਨਾ ਹਾਂ ਕਿ ਇਹ 24 ਬਜ਼ੁਰਗ ਜਿਹੜੇ ਨੇ ਇਹ ਵਾਕਈ ਚਰਚ ਨੇ ਪ੍ਰਭੂ ਯਿਸੂ ਮਸੀਹ ਦਾ ਚਰਚ ਆ ਇਹ ਕਲੀਸਿਆ ਆ ਜੋ ਸਵਰਗ ਦੇ ਵਿੱਚ ਤਖਤ ਦੇ ਚਾਰੋਂ ਪਾਸੇ 24 ਤਖਤਾਂ ਦੇ ਉੱਤੇ ਬਿਰਾਜਮਾਨ ਹੈ And I want to give you this good news that yes, actually these 24 elders, they represent the church of the Lord, that they are right there in front of God Almighty. ਹੁਣ ਆਪਾਂ ਨੂੰ ਪਤਾ ਹੈ ਕਿ ਇਹ ਐਂਜਲਸ ਤਾਂ ਹੋ ਨਹੀਂ ਸਕਦੇ And we know that they can't be the angels. ਕਈ ਵਾਰ ਲੋਕ ਕਹਿੰਦੇ ਹੈਗੇ ਨੇ ਕਿਉਂਕਿ ਇਹ ਸਵਰਗ ਦੇ ਤਖਤ ਦੇ ਚਾਰੋਂ ਪਾਸੇ ਪਰਮੇਸ਼ਰ ਦੇ ਐਂਜਲਸ ਹੋਣਗੇ ਤੇ ਸ਼ਾਇਦ ਇਹ ਵੀ ਤਖਤ ਦੇ ਚਾਰੋਂ ਪਾਸੇ ਹੈਗੇ ਨੇ ਤਾਂ ਕਰਕੇ ਇਹ ਪਰਮੇਸ਼ਰ ਦੇ ਐਂਜਲ ਹੀ ਹੋ ਸਕਦੇ And some people think because it says that around the Lord's throne all around there are a lot of angels there that they think that maybe these are the angels as well. ਪਹਿਲੇ ਨੰਬਰ ਤੇ ਇਹਨਾਂ ਦੇ ਸਿਰਾਂ ਤੇ ਮੁਕਟ ਨੇ ਤੇ ਐਂਜਲਾਂ ਦੇ ਸਿਰਾਂ ਤੇ ਕਦੇ ਵੀ ਮੁਕਟ ਨਹੀਂ ਪਏ And first thing to notice is that these 24 elders has crowns on their heads and angels never had crowns on their heads.
ਮੁਕਟ ਰਿਪਰੈਜ਼ੈਂਟ ਕਰਦੇ ਨੇ ਕਿ ਇਹਨਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈਗੀ ਆ ਤੇ ਇਹ ਕੌਨਫਲਿਕਟ ਦੇ ਵਿੱਚੋਂ ਨਿਕਲ ਕੇ ਗਏ ਨੇ ਜੇਤੂ ਨੇ ਵਿਕਟਰੀ ਪ੍ਰਾਪਤ ਕਰਕੇ ਅੱਗੇ ਵਧ ਰਹੇ ਨੇ And those crowns represent that they have conquered and they are victorious and they are right there because they are conquered and victorious. ਦੂਸਰੇ ਨੰਬਰ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਕਿਸੇ ਪਾਸੇ ਨਹੀਂ ਲਿਖਿਆ ਹੋਇਆ ਕਿ ਐਂਜਲਸ ਜਿਹੜੇ ਨੇ ਉਹ ਗਾ ਸਕਦੇ ਨੇ And nowhere in the word of God it says that angels can sing. ਜੇ ਆਪਾਂ ਦੇਖਾਂਗੇ ਪਰਮੇਸ਼ਰ ਦਾ ਵਚਨ ਪ੍ਰਕਾਸ਼ ਦੀ ਪੋਥੀ ਚੈਪਟਰ 5 ਵਰਸ 12 ਦੇ ਵਿੱਚ ਤੁਸੀਂ ਦੇਖੋ ਤੇ ਐਂਜਲ ਜਿਹੜੇ ਹੈਗੇ ਨੇ ਉਹ ਕਹਿ ਸਕਦੇ ਨੇ ਬੋਲ ਸਕਦੇ ਨੇ ਲੇਕਿਨ ਗਾ ਨਹੀਂ ਸਕਦੇ And we will see in the word of God in Revelation chapter 12 that angels can speak but they cannot sing. ਪ੍ਰਕਾਸ਼ ਦੀ ਪੋਥੀ 5:12 ਜੀ ਉਹ ਉੱਚੀ ਆਵਾਜ਼ ਨਾਲ ਕਹਿ ਰਹੇ ਸਨ ਇੱਥੇ ਐਂਜਲਸ ਦੀ ਗੱਲ ਹੋ ਰਹੀ ਕੀ ਕਹਿ ਰਹੇ ਸਨ ਉਹ ਮੇਮਣਾ ਜੋ ਕਤਲ ਕੀਤਾ ਗਿਆ ਸੀ ਬਲ ਧਨ ਸ਼ਕਤੀ ਆਦਰ ਵਡਿਆਈ ਦੇ ਅਤੇ ਧੰਨਵਾਦ ਦੇ ਯੋਗ ਹੈ ਹਾਂ ਐਂਜਲਸ ਨੇ ਉਹ ਕਹਿੰਦੇ ਨੇ ਲੇਕਿਨ ਬਜ਼ੁਰਗ ਨੇ ਜਿਹੜੇ ਇਹ ਗਾਉਂਦੇ ਨੇ ਆਇਜ਼ਾਇਆ ਦੇ ਵਿੱਚ ਵੀ ਆਪਾਂ ਦੇਖਾਂਗੇ And in this Revelation 5:12 it says that in the loud voice they were saying the angel were speaking saying they speak but they don't sing and we will also see in the book of Isaiah ਚੈਪਟਰ 6 ਵਰਸ 3 ਦੇਖਾਂਗੇ ਆਪਾਂ ਵਰਸ ਤੀਸਰਾ ਵਰਸ ਤੇ ਇਹ ਤੋਂ ਬਾਅਦ ਇੱਕ ਲੂਕ ਦੇ ਵਿੱਚ ਵੀ ਇੱਕ ਆਇਤ ਹੈ ਜੋ ਆਪਾਂ ਦੇਖਾਂਗੇ ਲੇਕਿਨ ਆਓ ਪੜ੍ਹੀਏ ਸਭ ਤੋਂ ਪਹਿਲਾਂ ਆਇਜ਼ਾਇਆ ਚੈਪਟਰ 6 ਵਰਸ 3 ਜੀ ਹਾਂ ਉਹ ਇੱਕ ਦੂਜੇ ਨੂੰ ਪੁਕਾਰ ਕੇ ਕਹਿ ਰਹੇ ਸਨ ਪਵਿੱਤਰ 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 ਸਰਬ ਸ਼ਕਤੀਮਾਨ ਪ੍ਰਭੂ ਪਵਿੱਤਰ ਹੈ ਉਸ ਦਾ ਪ੍ਰਤਾਪ ਸੰਸਾਰ ਨੂੰ ਭਰਦਾ ਹੈ ਆਓ ਲੂਕ ਚੈਪਟਰ 2 ਵਰਸ 13 ਦੇਖੀਏ ਉਹ ਦੇਖਿਆ ਧਿਆਨ ਦੇਣਾ ਤੁਸੀਂ ਇੱਥੇ ਕਿ ਇਹ ਇੱਕ ਦੂਜੇ ਨੂੰ ਕਹਿ ਰਹੇ ਸਨ ਮੈਨੂੰ ਪਤਾ ਕਿ ਕਈ ਵਾਰ ਲੋਕ ਕਹਿ ਦਿੰਦੇ ਨੇ ਵਾਓ ਇਹ ਬੇਟੀ ਤਾਂ ਇੰਨਾ ਸੋਹਣਾ ਗਾਉਂਦੀ ਹੈ ਬਿਲਕੁਲ ਐਂਜਲਸ ਵਾਂਗੂ ਗਾਉਂਦੀ ਹੈ And in this Isaiah, it says that they were calling to one another. They were saying to one another. I know sometimes here we say, oh wow, our child sings so beautifully, just like an angel. आओ देखिए लूक चैप्टर 2 वर्स 13 Let's see another verse. ਉਸ ਵੇਲੇ ਅਚਾਨਕ ਉਸ ਦੂਤ ਦੇ ਨਾਲ ਸਵਰਗਦੂਤਾਂ ਦਾ ਇੱਕ ਵੱਡਾ ਲਸ਼ਕਰ ਦਿਖਾਈ ਦਿੱਤਾ ਜੋ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ ਪਰਮ ਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ ਅਤੇ ਧਰਤੀ ਉੱਤੇ ਮਨੁੱਖਾਂ ਵਿੱਚ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ ਦੇਖੋ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਜਨਮ ਲਿਆ ਸੀ ਦੁਬਾਰਾ ਫੇਰ ਉੱਥੇ ਦੂਤ ਪ੍ਰਗਟ ਹੋਏ ਤੇ ਦੂਤ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ ਤੇ ਉਹ ਗਾ ਕੇ ਨਹੀਂ ਕਹਿ ਕੇ ਐਂਜਲਸ ਗਾ ਨਹੀਂ ਸਕਦੇ ਐਂਜਲਸ ਬੋਲਦੇ ਨੇ And again in this verse in Luke chapter 2 verse 13 we say that at that time the angels were all around and they were praising God and saying certain things so they weren't singing they were saying ਹੁਣ ਪ੍ਰਕਾਸ਼ ਦੀ ਪੋਥੀ 5:12 ਆਪਾਂ ਦੇਖਿਆ ਵੀ ਉਹ ਕਿਦਾਂ ਐਂਜਲਸ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਉਸੇ ਚੈਪਟਰ ਦੇ ਵਿੱਚ ਪ੍ਰਕਾਸ਼ ਦੀ ਪੋਥੀ 5:9 ਦੇ ਵਿੱਚ ਜਿਹੜੇ ਐਲਡਰਸ ਨੇ ਇਹ ਬਜ਼ੁਰਗ ਨੇ 12 ਬਜ਼ੁਰਗ ਜਿਹੜੇ 24 ਬਜ਼ੁਰਗ ਨੇ ਜਿਹੜੇ ਇਹ ਪਰਮੇਸ਼ਰ ਦੀ ਵਡਿਆਈ ਕਰ ਰਹੇ ਨੇ ਗਾ ਕੇ ਪੜਾਂਗੇ ਆਪਾਂ And we're going to also see in the book of Revelation chapter 5 verse 9 about those 24 elders that they are singing. They're not speaking and worshiping, they're singing and worshiping the Lord. ਪ੍ਰਕਾਸ਼ ਦੀ ਪੋਥੀ 5:9 ਜੀ ਹਾਂ ਉਹ ਨਵਾਂ ਭਜਨ ਗਾ ਰਹੇ ਸਨ ਤੂੰ ਪੁਸਤਕ ਨੂੰ ਖੋਲਣ ਅਤੇ ਸੀਲਾਂ ਨੂੰ ਤੋੜਨ ਦੇ ਯੋਗ ਹੈ ਕਿਉਂਕਿ ਤੂੰ ਕਤਲ ਕੀਤਾ ਗਿਆ ਸੀ ਤੂੰ ਆਪਣੀ ਮੌਤ ਦੇ ਦੁਆਰਾ ਪਰਮੇਸ਼ਰ ਦੇ ਲਈ ਹਰ ਕਬੀਲੇ ਬੋਲੀ ਅਤੇ ਕੌਮ ਦੇ ਮਨੁੱਖ ਖਰੀਦੇ ਹਨ ਉਹ ਨਵਾਂ ਭਜਨ ਗਾ ਰਹੇ ਸਨ ਸਿਰਫ ਐਲਡਰਸ ਨੇ ਉਹੀ ਗਾ ਸਕਦੇ ਨੇ ਐਂਜਲਸ ਨਹੀਂ ਗਾ ਸਕਦੇ And the word of God says and they sang a new song so only those elders can sing but the angels cannot sing. ਹੁਣ ਅਬਰਾਨੀਆਂ ਦੀ ਕਿਤਾਬ ਦੇ ਵਿੱਚ 12ਵੇਂ ਚੈਪਟਰ ਦੇ ਵਿੱਚ ਦੇਖੋ ਆਪਾਂ ਨੂੰ ਇੱਥੇ ਦੂਸਰਾ ਪੁਆਇੰਟ ਮਿਲਦਾ ਹੈ ਐਂਜਲਸ ਹੈਗੇ ਨੇ ਕਦੇ ਵੀ ਬਾਈਬਲ ਦੇ ਵਿੱਚ ਕਿਸੇ ਪਾਸੇ ਵੀ ਐਂਜਲਸ ਦੀ ਗਿਣਤੀ ਨਹੀਂ ਕੀਤੀ ਗਈ And again we're going to see in the book of Hebrews that nowhere angels has been counted. ਲੇਕਿਨ ਜਦੋਂ ਇੱਥੇ ਗੱਲ ਹੁੰਦੀ ਹੈਗੀ ਆ 24 ਬਜ਼ੁਰਗਾਂ ਦੀ ਵੈਲ ਇਹ 24 ਬਜ਼ੁਰਗ ਨੇ ਗਿਣਤੀ ਦੱਸੇ 24 ਬਜ਼ੁਰਗ ਰਿਪਰੈਜ਼ੈਂਟ ਕਰਦੇ ਨੇ ਸਾਰੇ ਕਲੀਸਿਆ ਨੂੰ ਸਾਰੇ ਚਰਚ ਨੂੰ And here those 24 elders they represent the whole church of the Lord.
ਇਹ ਜਿਹੜਾ 24 ਨੰਬਰ ਆ ਕਹਿ ਸਕਦੇ ਹਾਂ ਧਰਤੀ ਦਾ ਨੰਬਰ ਆ ਕੋਈ ਦਿਨ 'ਚ 24 ਘੰਟੇ ਹੁੰਦੇ ਨੇ ਧਰਤੀ ਦਾ ਨੰਬਰ ਆ ਇਹ ਬਚਾਏ ਗਏ ਨੇ ਦਿਨੋਂ ਦਿਨ ਪਰਮੇਸ਼ਰ ਦੇ ਲੋਕ ਜਿਹਨੇ ਹਰ ਦਿਨ ਇਹਨਾਂ ਨੇ ਸੇਵ ਹੋਏ ਨੇ ਪ੍ਰਭੂ ਯਿਸੂ ਵਿਸ਼ਵਾਸ ਕੀਤਾ ਹੈ ਤੇ 24 ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈਗਾ ਆ ਚਰਚ ਨੂੰ And the 24 is like the 24 hours of the day. So day by day, hour by hour, these people here on this earth have been saved. So it's been represented to the church of the Lord. ਪੜਾਂਗੇ ਹੀਬਰੂ ਚੈਪਟਰ 12 ਵਰਸ 22 ਜੀ ਹਾਂ ਪਰ ਨਹੀਂ ਤੁਸੀਂ ਤਾਂ ਸਿਯੋਨ ਪਹਾੜ ਜਿਉਂਦੇ ਪਰਮੇਸ਼ਰ ਦੇ ਨਗਰ ਸਵਰਗੀ ਯਰੂਸ਼ਲਮ ਅਤੇ ਅਣਗਿਣਤ ਦੂਤਾਂ ਦੇ ਸਾਹਮਣੇ ਖੜੇ ਹੋ ਆ ਦੇਖਿਆ ਤੁਸੀਂ ਜਦੋਂ ਦੂਤਾਂ ਦੀ ਗੱਲ ਹੁੰਦੀ ਹੈ ਉਹ ਦੇਖਿਆ ਅਣਗਿਣਤ ਦੂਤਾਂ ਦੇ ਸਾਹਮਣੇ ਖੜੇ ਹੋ ਲੇਕਿਨ ਜਦੋਂ ਇਹਦੇ 24 ਬਜ਼ੁਰਗਾਂ ਦੀ ਗੱਲ ਹੋ ਰਹੀ ਹੈ ਤੇ 24 ਬਜ਼ੁਰਗ ਜਿਹੜੇ ਨੇ ਰਿਪਰੈਜ਼ੈਂਟ ਕਰਦੇ ਨੇ ਪ੍ਰਭੂ ਯਿਸੂ ਮਸੀਹ ਦੀ ਚਰਚ ਨੂੰ And here when we see of the angels, it says like thousands and thousands of angels. There's no particular number. When they talk about those saints, it says those elders, there are 12 elders that represent the church. ਹੁਣ ਜਦੋਂ ਵੀ ਕੁਝ ਹੋਣਾ ਆ ਜਦੋਂ ਵੀ 7 ਸਾਲਾਂ ਦੇ ਵਿੱਚ ਜੋ ਕੁਝ ਵੀ ਇਸ ਧਰਤੀ ਤੇ ਹੋਣਾ ਆ ਜੋ ਕੁਝ ਵੀ ਇਸ ਮਾਰਾਂ ਧਰਤੀ ਤੇ ਪੈਣੀਆਂ ਨੇ ਇਹ ਦੇਖਣ ਦੀ ਗੱਲ ਹੈ ਕਿ ਐਂਜਲਸ ਇਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ ਜਿਹੜੀ ਡੀਪ ਰੈਵਲੇਸ਼ਨ ਹੈਗੀ ਹੈ ਲੇਕਿਨ ਬਜ਼ੁਰਗ ਨੇ ਜਿਹੜੇ ਉਹ ਅੰਡਰਸਟੈਂਡ ਕਰ ਸਕਦੇ ਨੇ ਤੇ ਹੰਗਾਰਾ ਵੀ ਪੜ੍ਹਦੇ ਨੇ ਅਬਰਾਨੀਅਸ ਦੇਖਾਂਗੇ And we're going to see like on this earth like a lot of things that will be happening. Those angels cannot understand that, but the 24 elders, they understand every single thing about it. Hebrews chapter 1 verse 14 ਦੇਖਾਂਗੇ ਜਿਹਦੇ ਵਿੱਚ ਆਪਾਂ ਨੂੰ ਨਜ਼ਰ ਆਉਂਦਾ ਕਿ ਜਿਹੜੇ ਇਹ ਐਲਡਰਸ ਨੇ ਇਹ ਬਿਲਕੁਲ ਅੰਡਰਸਟੈਂਡ ਕਰਦੇ ਨੇ ਜੋ ਪਰਮੇਸ਼ਰ ਕਰਨ ਜਾ ਰਿਹਾ ਹੈ ਤੇ ਜੋ ਉਹਨੇ ਕਰਨਾ ਹੈ And in the book of Hebrews chapter 1 verse 14 we will see that the elders can completely understand what the Lord is about to do and what will he be doing. ਜੀ ਹਾਂ Hebrews chapter 1 verse 14 ਇਸ ਤਰ੍ਹਾਂ ਇਹ ਸਭ ਪਰਮੇਸ਼ਰ ਦੀਆਂ ਸੇਵਾਦਾਰ ਆਤਮਾਵਾਂ ਹਨ ਜੋ ਉਹਨਾਂ ਲੋਕਾਂ ਦੀ ਮਦਦ ਲਈ ਘੱਲੀਆਂ ਗਈਆਂ ਹਨ ਜੋ ਮੁਕਤੀ ਪ੍ਰਾਪਤ ਕਰਨਗੇ ਐਂਜਲਸ ਜਿਹੜੇ ਨੇ ਉਹ ਸਿਰਫ ਮਦਦ ਕਰਦੇ ਨੇ ਉਹਨਾਂ ਦੀ ਜਿਹੜੀ ਮੁਕਤੀ ਪ੍ਰਾਪਤ ਕਰਾਂਗੇ ਤੇ ਮੁਕਤੀ ਦਾ ਸੁਨੇਹਾ ਕੌਣ ਅੰਡਰਸਟੈਂਡ ਕਰਦਾ ਆ ਉਹ ਲੋਕ ਜਿਹੜੇ ਬਚਾਏ ਗਏ ਨੇ And the angels are just ministering to those people who are going to be received the salvation and who are going to be received the salvation is the church of the Lord which are the angels the elders at the time. ਹੁਣ ਆਪਾਂ ਪੜ੍ਹ ਕੇ ਗਏ ਹੈਗੇ ਆ ਕਿ ਪ੍ਰਕਾਸ਼ ਦੀ ਪੋਥੀ ਚੈਪਟਰ 5 ਦੇ ਵਿੱਚ ਵਰਸ 9-10 ਦੇ ਵਿੱਚ ਆਪਾਂ ਦੇਖਾਂਗੇ ਇੱਕ ਵਾਰ ਫੇਰ ਕਿ ਜਿਹੜਾ ਇਹ ਗੀਤ ਗਾਇਆ ਜਾ ਰਿਹਾ ਹੈਗਾ ਆ ਉਹਨਾਂ 24 ਬਜ਼ੁਰਗਾਂ ਤੋਂ ਉਹ ਗੀਤ ਉਹਨਾਂ ਨਾਲ ਹੀ ਰਿਲੇਟਡ ਆ ਉਹ ਗੀਤ ਉਹਨਾਂ ਨਾਲ ਹੀ ਸੰਬੰਧ ਰੱਖਦਾ ਆ ਉਹ ਆਪਣੀ ਮੁਕਤੀ ਦਾ ਗੀਤ ਗਾ ਰਹੇ ਨੇ ਵੀ ਕਿਸ ਤਰ੍ਹਾਂ ਪ੍ਰਭੂ ਨੇ ਮੁਕਤੀ ਖਰੀਦੀ ਉਹਨਾਂ ਲਈ And we're going to see in book of Revelation chapter 5 again the verse 9 and 10 that the new song that they are singing that song is about the salvation that how were they saved. ਆਓ ਪੜ੍ਹੀਏ ਪ੍ਰਕਾਸ਼ ਦੀ ਪੋਥੀ ਚੈਪਟਰ 5 ਵਰਸ 9-10 ਜੀ ਹਾਂ ਉਹ ਨਵਾਂ ਭਜਨ ਗਾ ਰਹੇ ਸਨ ਤੂੰ ਪੁਸਤਕ ਨੂੰ ਖੋਲਣ ਅਤੇ ਸੀਲਾਂ ਨੂੰ ਤੋੜਨ ਦੇ ਯੋਗ ਹੈ ਕਿਉਂਕਿ ਤੂੰ ਕਤਲ ਕੀਤਾ ਗਿਆ ਸੀ ਤੂੰ ਆਪਣੀ ਮੌਤ ਦੇ ਦੁਆਰਾ ਪਰਮੇਸ਼ਰ ਦੇ ਲਈ ਹਰ ਕਬੀਲੇ ਬੋਲੀ ਅਤੇ ਕੌਮ ਦੇ ਮਨੁੱਖ ਖਰੀਦੇ ਹਨ ਤੂੰ ਉਹਨਾਂ ਨੂੰ ਪਰਮੇਸ਼ਰ ਦੇ ਲਈ ਸ਼ਾਹੀ ਟੱਬਰ ਅਤੇ ਪੁਰੋਹਿਤ ਬਣਾਇਆ ਅਤੇ ਉਹ ਧਰਤੀ ਤੇ ਰਾਜ ਕਰਨਗੇ ਵਾਓ ਉਹ ਆਪਣੀ ਹੀ ਗੱਲ ਕਰ ਰਹੇ ਨੇ ਤੇ ਪਰਮੇਸ਼ਰ ਦੀ ਮਹਿਮਾ ਤੇ ਜਲਾਲ ਦੇ ਰਹੇ ਨੇ And they are talking about themselves about the church and they're worshiping the Lord. ਸੋ ਪ੍ਰਭੂ ਦੇ 24 ਬਜ਼ੁਰਗ ਜਿਹੜੇ ਕੌਣ ਨੇ ਐਂਜਲਸ ਤਾਂ ਹੋ ਨਹੀਂ ਸਕਦੇ ਆਪਾਂ ਇਹਨਾਂ 5 ਪੁਆਇੰਟ ਦੇ ਨਾਲ ਸਰਟੀਫਾਈ ਕਰ ਦਿੱਤਾ ਕਿ ਐਂਜਲਸ ਹੋ ਨਹੀਂ ਸਕਦੇ ਕਿਸੇ ਤਰੀਕੇ ਦੇ ਨਾਲ ਇਹ ਵਾਕਈ ਪ੍ਰਭੂ ਯਿਸੂ ਮਸੀਹ ਦਾ ਚਰਚ ਆ And with these 5 points that we discussed we now know that those 24 elders are not definitely the angels they are the church of the Lord. ਹੁਣ ਦੂਸਰੇ ਨੰਬਰ ਤੇ ਪੁਰਾਣੇ ਸੇਂਟਸ ਜਿਹੜੇ ਓਲਡ ਟੈਸਟਾਮੈਂਟ ਦੇ ਹੈਗੇ ਨੇ ਜਾਂ ਨਵੇਂ ਸੇਂਟਸ ਨੇ ਓਲਡ ਟੈਸਟਾਮੈਂਟ ਦੇ ਵੀ ਜਿਹੜੇ ਸੇਂਟਸ ਹੈਗੇ ਨੇ ਉਹ ਵੀ ਨਹੀਂ ਹੋ ਸਕਦੇ ਪ੍ਰਭੂ ਦੇ ਪੈਰੋਂ ਕਿਉਂ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਆਪਣਾ ਲਹੂ ਬਹਾਇਆ ਚਰਚ ਦੇ ਵਾਸਤੇ ਤੇ ਇਹ ਜਿਹੜੇ 24 ਬਜ਼ੁਰਗ ਨੇ ਹਮੇਸ਼ਾ ਚਰਚ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਗੀਤ ਗਾ ਰਹੇ ਨੇ ਉਹਦੇ ਪਰਮੇਸ਼ਰ ਦੇ ਲਹੂ ਦੇ And number 2 those elders cannot be the Old Testament saints like some people think because Lord Jesus gave his blood for the church and it's the church that is sitting there with the Lord. ਪੜਾਂਗੇ ਆਪਾਂ ਪਰਮੇਸ਼ਰ ਦੇ ਵਚਨ ਵਿੱਚੋਂ ਪਹਿਲਾ ਤੈਸਲੋਨੀਅਨ ਚੈਪਟਰ 4 ਵਰਸ 16 ਜਿਹਦੇ ਵਿੱਚ ਕਲੀਅਰਲੀ ਲਿਖਿਆ ਗਿਆ ਹੈ ਵੀ ਜਿਹੜੇ ਉੱਤੇ ਪਹੁੰਚਣੇ ਨੇ ਜਿਨ੍ਹਾਂ ਦੀ ਰੈਪਚਰ ਹੋਣੀ ਆ ਉਹ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਨੇ ਜਿਹੜੇ ਪ੍ਰਭੂ ਯਿਸੂ ਨੂੰ ਆਪਣਾ ਦਿਲ ਦੇ ਚੁੱਕੇ ਨੇ
And again, we're going to read in 1 Thessalonians 4, chapter 4, verse 16, that those are the people who have given their hearts to the Lord. 1 Thessalonians chapter 4 verse 16 ਜੀ ਉਸ ਸਮੇਂ ਇੱਕ ਜ਼ੋਰਦਾਰ ਹੁਕਮ ਹੋਵੇਗਾ ਜਿਸ ਦੇ ਨਾਲ ਹੀ ਪ੍ਰਮੁੱਖ ਸਵਰਗਦੂਤ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਪਰਮੇਸ਼ਰ ਦਾ ਬਿਗਲ ਫੂਕਿਆ ਜਾਵੇਗਾ ਤਦ ਪ੍ਰਭੂ ਆਪ ਸਵਰਗ ਤੋਂ ਉਤਰੇਗਾ ਉਸ ਸਮੇਂ ਜੋ ਮਸੀਹ ਦੀ ਸੰਗਤ ਵਿੱਚ ਹੋ ਕੇ ਮਰੇ ਸਨ ਉਹ ਪਹਿਲਾਂ ਜੀ ਉਠਣਗੇ ਵਾਓ ਉਹ ਤੋਂ ਬਾਅਦ ਆਪਾਂ ਜਿਹੜੇ ਜਿਉਂਦੇ ਹੈਗੇ ਆ ਆਪਾਂ ਵੀ ਬਦਲ ਜਾਵਾਂਗੇ ਤੇ ਚੱਕੇ ਜਾਵਾਂਗੇ ਲੇਕਿਨ ਦੇਖੋ ਦੂਤਾਂ ਨੇ ਉਹ ਤੁਰੀ ਫੁਕਣੀਆਂ ਦੂਤ ਸੇਵਕ ਨੇ ਆਪਣੇ ਪ੍ਰਭੂ ਤੇ ਬਣ ਲੇਕਿਨ ਚੱਕੇ ਕੌਣ ਜਾਣਗੇ ਚੱਕੇ ਹੋ ਜਾਣਗੇ ਜਿਹੜੇ ਯਿਸੂ ਮਸੀਹ ਜੀ ਦੇ ਵਿੱਚ ਮਰੇ ਨੇ And then we see that we will be the ones lifted up after, and also the ones who died in Lord Jesus, they will be lifted up. But those angels will be the one who will be blowing the trumpet. They are our servants, that they will be doing that job of blowing the trumpet. ਸੋ ਪਹਿਲੇ ਨੰਬਰ ਤੇ ਉਹ ਐਂਜਲਸ ਨਹੀਂ ਹੋ ਸਕਦੇ ਦੂਸਰੇ ਨੰਬਰ ਤੇ ਉਹ ਪੁਰਾਣੇ ਨਿਯਮ ਦੇ ਸੰਤ ਨਹੀਂ ਹੋ ਸਕਦੇ ਤੀਸਰੇ ਨੰਬਰ ਤੇ ਉਹ ਚਰਚ ਨੇ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਖਰੀਦਿਆ ਹੋਇਆ ਚਰਚ And again, as we see that those 24 elders cannot be the angel, they cannot be the saints of Old Testaments. They are the church of the Lord who've been bought, purchased with the blood, precious blood of Lord Jesus Christ. ਪ੍ਰਭੂ ਤੇ ਬਣੋ ਮੈਂ ਝੜਦੇ ਨੇ 7 ਪੁਆਇੰਟਸ ਦੇ ਨਾਲ ਕਨਫਰਮ ਕਰਨਾ ਚਾਹਨਾ ਹਾਂ ਕਿ ਚਰਚ ਨੇ And I want to quickly, with 7 points, confirm that again, that is the church of the Lord that represent those 24 elders. ਕਿਉਂਕਿ ਪਹਿਲੇ ਨੰਬਰ ਤੇ ਆਪਾਂ ਦੇਖਿਆ ਵੀ ਕਿਉਂਕਿ ਉਹਨਾਂ ਦਾ ਨੰਬਰ 24 ਐਲਡਰਸ ਨੇ ਜਿਹੜਾ 24 ਇਹ ਨੰਬਰ ਹੈਗਾ ਆ ਪਰਮੇਸ਼ਰ ਬੱਚੇ ਦੇ ਦੇਖਾਂਗੇ ਪਹਿਲਾ ਕ੍ਰੋਨਿਕਲਸ ਚੈਪਟਰ 24 ਵਰਸ 1 ਦੇ ਵਿੱਚ ਦੇਖਾਂਗੇ ਇਹ ਪ੍ਰੀਸਟਹੁੱਡ ਨੂੰ ਰਿਪਰੈਜ਼ੈਂਟ ਕਰਦਾ ਹੈ And in 1 Chronicles, we will see that number 24, it represents the priesthood. ਸੋ ਪਹਿਲਾ ਕ੍ਰੋਨਿਕਲ ਚੈਪਟਰ 24 ਦਾ ਪਹਿਲਾ ਵਰਸ ਪੜਾਂਗੇ ਤੇ ਫਿਰ 18ਵਾਂ ਤੇ 19ਵਾਂ ਵਰਸ ਵੀ ਨਾਲ ਹੀ ਪੜਾਂਗੇ And we're going to read 1 Chronicles chapter 24 verse 1 and then verse 18 and 19 as well. ਜੀ ਹਾਂ ਹਾਰੂਨ ਦੇ ਵੰਸ਼ ਦੇ ਇਹ ਵੱਖ-ਵੱਖ ਦਲ ਸਨ ਹਾਰੂਨ ਦੇ 4 ਪੁੱਤਰ ਸਨ ਨਾਦਾਬ ਅਬੀਹੂ ਅਲਜ਼ਾਰ ਅਤੇ ਈਥਾਮਾਰ 18 ਤੇ 19 ਤਰਤੀਬਵਾਰ ਇਹ ਟੱਬਰ ਸਨ ਜਿਨ੍ਹਾਂ ਦੇ ਨਾਂ ਬਾਰੀ-ਬਾਰੀ ਗੁਣਾ ਨਿਕਲਿਆ ਅਤੇ ਜਿਨ੍ਹਾਂ ਨੂੰ ਕੰਮ ਸੌਂਪਿਆ ਗਿਆ ਸੀ ਯਹੋਯਾਰੀਤ ਜਿਦਿਆ ਹਾਰੀਮ ਸਿਓਰੀਮ ਮਲਕੀਆ ਮਿਯਾਮੀਨ ਹਾਕੋਸ ਅਬੀਆ ਯੇਸੂਆ ਸ਼ਕਨਿਆ ਅਲ ਯਾਸ਼ੀਬ ਯਾਕੀਮ ਹੁਪਾ ਯੋਆਬ ਬਿਲਗਾ ਅਮੋਰ ਹਜ਼ੀਰ ਹਪੀਸੇਸ ਪਥਿਆ ਜ਼ਹਿਕੋਲ ਯਕੀਨ ਗਾਮੂਲ ਦਲਾਇਆ ਮਜ਼ਾਇਆ ਜੇ ਤੁਸੀਂ ਗਿਣਤੀ ਕਰੋ ਪੂਰੀ 24 ਬਣਦੇ ਨੇ 24 ਨੰਬਰ ਜਿਹੜਾ ਆ ਉਹ ਰਿਪਰੈਜ਼ੈਂਟ ਕਰਦਾ ਆ ਪ੍ਰੀਸਟਹੁੱਡ ਨੂੰ ਯਾਨੀ ਕਿ ਜਿਹੜੇ ਪਰਮੇਸ਼ਰ ਨੂੰ ਦੁਆਵਾਂ ਦਿੰਦੇ ਨੇ ਜਿਹੜੇ ਪਰਮੇਸ਼ਰ ਨੂੰ ਉਹਦੀ ਸੇਵਾ ਕਰਦੇ ਨੇ ਉਹਦੀ ਕਲੀਸਿਆ ਦੇ ਵਿੱਚ ਹੁਣ ਨਵੇਂ ਨਿਯਮ ਦੇ ਵਿੱਚ ਚਰਚ ਜਿਹੜਾ ਆ ਉਹ ਇਹੀ ਕੰਮ ਕਰ ਰਿਹਾ ਆ ਸੋ ਇਹ ਤੋਂ ਆਪਾਂ ਨੂੰ ਕਲੀਅਰ ਹੁੰਦਾ ਆ ਕਿ ਇਹ 24 ਜਿਹੜੇ ਨੇ ਇਹ ਵਾਕਈ ਪ੍ਰਭੂ ਦੀ ਚਰਚ ਨੇ And as we read in these verses, all those names, they are 24 and they're serving the Lord. And again, in the New Testament, it's again representing the church of the Lord, that they're representing those elders sitting up there on the thrones. ਦੂਸਰੇ ਨੰਬਰ ਤੇ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਵੀ ਸਰਟੀਫਾਈ ਕਰਦੀ ਹੈ ਕਿ ਚਰਚ ਨੇ ਇਹ ਕਿੱਥੇ ਖੜੇ ਨੇ ਖੜੇ ਨਹੀਂ ਇਹ ਬੈਠੇ ਨੇ ਕਿੱਥੇ ਬੈਠੇ ਨੇ ਤਖਤਾਂ ਤੇ ਬੈਠੇ ਨੇ 24 thrones ਦੇ ਉੱਤੇ ਬੈਠੇ ਹੋਏ ਨੇ And number 2, that it certifies that they are the church of the Lord. They are sitting. Where are they sitting? They're sitting on the thrones, those 24 thrones around the throne of the Lord. Matthew chapter 19 verse 28 ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੇ ਇੱਕ ਵਾਅਦਾ ਕੀਤਾ ਸੀਗਾ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਭੂ ਯਿਸੂ 'ਚ ਵਿਸ਼ਵਾਸ ਕਰਨਗੇ ਤੇ ਇਹ ਵਾਅਦਾ ਪ੍ਰਭੂ ਨੇ ਕਦੇ ਵੀ ਆਪਣੇ ਦੂਤਾਂ ਨੂੰ ਨਹੀਂ ਕੀਤਾ ਸੀ ਨਾ ਹੀ ਪੁਰਾਣੇ ਨੇਮ ਦੇ ਸੰਤਾਂ ਨੂੰ ਕੀਤਾ ਸੀ And in the book of Matthew, chapter 19, verse 28, there was a promise that Lord Jesus did. That promise, he never did it with the angels, but with the church of the Lord. आओ देखिए Matthew 19:28. जी हाँ ਯਿਸੂ ਨੇ ਉੱਤਰ ਦਿੱਤਾ ਇਹ ਸੱਚ ਜਾਣੋ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਸ਼ਾਹੀ ਸਿੰਘਾਸਨ ਉੱਤੇ ਬੈਠੇਗਾ ਉਸ ਸਮੇਂ ਤੁਸੀਂ ਵੀ 12 ਕਬੀਲਿਆਂ ਦਾ ਨਿਆਂ ਕਰੋਗੇ हाँ ਨਿਆਂ ਤਾਂ 12 ਕਬੀਲੇ ਦੇ ਹੋਣਾ ਜਾਨੀ ਕਿ ਨਿਆਂ ਇਜ਼ਰਾਈਲ ਦਾ ਕਰਨਾ ਹੈ ਆਪਾਂ ਤੇ ਨਿਆਂ ਜਿਹੜਾ ਹੈਗਾ ਆ ਉਹ ਸਾਰੇ ਨੇਸ਼ਨਸ ਦਾ ਕਰਨਾ ਹੈ ਆਪਾਂ ਲੇਕਿਨ ਕਰੇਗਾ ਕੌਣ ਤੁਸੀਂ ਕੌਣ ਜਿਹੜੇ ਯਿਸੂ ਮਸੀਹ ਦੇ ਵਿੱਚ ਨੇ ਤੁਸੀਂ ਬੈਠੋਗੇ ਚਰਚ ਦੀ ਗੱਲ ਹੋ ਰਹੀ ਹੈ ਇੱਥੇ
And the word of God says that we will be judging those 12 tribes of Israel, but we will be sitting there to be ready to judge them. ਡੈਨੀਅਲ ਚੈਪਟਰ 7 ਦੇ ਵਿੱਚ ਵਰਸ 9 to 10 ਪੜਾਂਗੇ, ਜਿੱਥੇ ਡੈਨੀਅਲ ਨੇ ਇੱਕ ਵਿਜ਼ਨ ਦੇਖਿਆ ਸੀਗਾ ਤੇ ਉਹਨੇ ਸਵਰਗ ਦੇ ਵਿੱਚ ਤਖਤ ਲੱਗਿਆ ਦੇਖਿਆ ਸੀ, ਤੇ ਉਹ ਸਵਰਗ ਦੇ ਜਿਹੜਾ ਤਖਤ ਲੱਗਿਆ ਤੇ ਉਹਦੇ ਪਾਸੇ ਤੇ ਉਹਦੇ ਸਾਈਡ ਤੇ ਉਹਨੇ ਕੁਝ ਦੇਖਿਆ ਸੀਗਾ, ਕੁਝ ਹੋਰ ਲੱਗਿਆ ਹੋਇਆ। ਦੇਖਾਂਗੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ। And we're going to see in the book of Daniel chapter 7 verse 9 8 and 9, and we're going to see what he saw a vision, and we will see what he saw in the vision. We'll read the word of God. ਸੋ ਇਹ ਜਿਹੜੇ ਤਖਤ ਹੈਗਾ ਆ, ਤਖਤ ਤੇ ਬਹਿਣਾ ਜਿਹੜਾ ਆ, ਉਹ ਹਮੇਸ਼ਾ ਅਥਾਰਟੀ ਦੇ ਨਾਲ ਰਿਪਰੈਜ਼ੈਂਟ ਕਰਦਾ ਹੈ, ਤੇ ਪਰਮੇਸ਼ਰ ਨੇ ਕਦੇ ਵੀ ਅਥਾਰਟੀ ਨਾ ਐਂਜਲਸ ਨੂੰ ਦਿੱਤੀ ਹੈਗੀ ਆ ਕਿਸੇ ਨੂੰ ਜੱਜ ਕਰਨ ਦੀ, ਨਾ ਪੁਰਾਣੇ ਨਿਯਮ ਨੂੰ ਦਿੱਤੀ ਹੈਗੀ ਆ, ਯਾਨੀ ਕਿ ਇਜ਼ਰਾਈਲ ਦੇ ਲੋਕਾਂ ਨੂੰ ਦਿੱਤੀ ਹੈ ਜੱਜ ਕਰਨ ਦੀ, ਬਲਕਿ ਚਰਚ ਨੂੰ ਦਿੱਤੀ ਹੈਗੀ ਆ, ਕਿਉਂਕਿ ਚਰਚ ਹੀ ਇੱਕ ਦਿਨ ਐਂਜਲਸ ਨੂੰ ਵੀ ਜੱਜ ਕਰੇਗਾ, ਦੁਨੀਆ ਨੂੰ ਵੀ ਜੱਜ ਕਰੇਗਾ, ਉਹਨੂੰ ਬਿਠਾਇਆ ਜਾਵੇਗਾ ਉਸ ਤਖਤ ਉੱਤੇ। And when we talk about sitting on the throne, it's the authority, it's the symbolizing of the authority that the Lord never given that authority to the angels or the Old Testament saints. It is the church only who has that authority to judge the angels. One day we will be judging, and the Old Testament saints. ਆਓ ਪੜ੍ਹੀਏ ਡੈਨੀਅਲ ਚੈਪਟਰ 7 ਵਰਸ 9 to 10। ਜੀ ਹਾਂ। ਮੈਂ ਜਦੋਂ ਦੇਖ ਰਿਹਾ ਸੀ ਤਾਂ ਉੱਥੇ ਸਿੰਘਾਸਨ ਰੱਖੇ ਗਏ, ਜਿਨ੍ਹਾਂ ਉੱਤੇ ਉਹ ਪੁਰਖਾ ਬੈਠਾ ਹੋਇਆ ਸੀ ਜੋ ਅਨੰਤ ਜਿਉਂਦਾ ਹੈ। ਉਸ ਦੇ ਕੱਪੜੇ ਬਰਫ਼ ਦੇ ਵਾਂਗ ਚਿੱਟੇ ਅਤੇ ਉਸ ਦੇ ਵਾਲ ਸ਼ੁੱਧ ਚਿੱਟੀ ਉੱਨ ਦੇ ਵਾਂਗ ਸਨ। ਉਸ ਦੇ ਸਿੰਘਾਸਨ ਦੇ ਪਹੀਏ ਅੱਗ ਵਰਗੇ ਸਨ ਜੋ ਅੱਗ ਦੀਆਂ ਲਾਟਾਂ ਉੱਤੇ ਚੱਲ ਰਹੇ ਸਨ। ਉਸ ਦੇ ਸਿੰਘਾਸਨ ਤੋਂ ਅੱਗ ਦੀ ਨਦੀ ਵਗ ਰਹੀ, ਹਜ਼ਾਰਾਂ ਲੋਕ ਉਸ ਦੀ ਸੇਵਾ ਕਰ ਰਹੇ ਸਨ ਅਤੇ ਲੱਖਾਂ ਉਸ ਦੇ ਸਾਹਮਣੇ ਖੜੇ ਸਨ। ਤਦ ਅਦਾਲਤ ਦਾ ਕੰਮ ਸ਼ੁਰੂ ਹੋਇਆ ਅਤੇ ਬਹੁਤ ਸਾਰੀਆਂ ਪੋਥੀਆਂ ਖੋਲੀਆਂ ਗਈਆਂ। ਵਾਓ, ਜੇ ਤੁਸੀਂ ਦੇਖੋ ਸਵਰਗ ਦੇ ਵਿੱਚ ਆ ਲਿਖਿਆ ਹੈਗਾ, ਇੱਕ ਤਖਤ ਦੀ ਗੱਲ ਨਹੀਂ ਹੋਈ ਬਲਕਿ ਤਖਤ ਲੱਗੇ ਹੋਏ ਸੀ। ਕਿੰਨੇ ਤਖਤਾਂ ਦੀ ਗੱਲ ਹੋਈ ਹੈਗੀ ਆ ਉੱਥੇ। ਉਹਨੇ ਦੇਖਿਆ ਪ੍ਰਾਪਤ ਤੇ ਪੜ੍ਹੋ ਦਨੀਅਲ ਨੇ ਵੀ ਕਿਸ ਤਰ੍ਹਾਂ ਪਰਮੇਸ਼ਰ ਦਾ ਤਖਤ ਲੱਗਿਆ ਤੇ ਉਹਦੇ ਨਾਲ ਹੋਰ ਤਖਤ ਵੀ ਲੱਗੇ ਨੇ। ਜਜਮੈਂਟ ਸ਼ੁਰੂ ਹੋਣ ਜਾ ਰਹੀ ਹੈ ਦੁਨੀਆ ਦੇ ਵਾਸਤੇ। And Daniel saw there in his vision that there's a throne of the Lord, and not just one throne. He saw other thrones around it as well, and the judgment of the Lord is about to start. So he saw all those thrones set there as well. So ਤਖਤ ਤੇ ਬਹਿਣ ਦੀ ਜਿਹੜੀ ਪੋਜੀਸ਼ਨ ਆ ਉਹਨਾਂ ਦੀ, ਉਹ ਰਿਪਰੈਜ਼ੈਂਟ ਕਰਦੀ ਆ ਵੀ ਅਥਾਰਟੀ ਵਾਲੇ ਲੋਕ ਨੇ, ਜੱਜ ਕਰਨ ਜਾ ਰਹੇ ਨੇ। ਕੌਣ ਨੇ? ਇਹ ਚਰਚ ਆ। And just by sitting on the throne, that represents that they have authority, and that authority shows that those people are about to judge. And who are they judging? The others, but who are they? They are the church of the Lord, because the church will be judging others. ਤੀਸਰੇ ਨੰਬਰ ਤੇ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਇਹਨਾਂ ਨੇ ਸਫੇਦ ਰੰਗ ਦੇ ਗਾਰਮੈਂਟਸ ਪਹਿਨੇ ਹੋਏ ਹੈਗੇ ਨੇ। And number 3, the word of God says that they will be wearing white garments. ਪ੍ਰਕਾਸ਼ ਦੀ ਪੋਥੀ ਦੇ ਵਿੱਚ ਤੀਸਰੇ ਚੈਪਟਰ 'ਚ ਜੇ ਤੁਸੀਂ ਦੇਖੋ 4 ਤੇ 5ਵਾਂ ਵਰਸ, ਤੇ ਪਰਮੇਸ਼ਰ ਨੇ ਜਿਹੜਾ ਸਾਰਦਿਸ ਦਾ ਚਰਚ ਸੀਗਾ ਉਹਨੂੰ ਵਾਅਦਾ ਕੀਤਾ ਸੀਗਾ ਕਿ ਜੇ ਤੁਸੀਂ ਸੰਭਲੀ ਰੱਖੋਗੇ, ਜੇ ਤੁਸੀਂ ਠੀਕ ਠਾਕ ਰਹੋਗੇ, ਮੈਂ ਤੁਹਾਨੂੰ ਚਿੱਟੇ ਕੱਪੜੇ ਪਹਿਨਣ ਨੂੰ ਦੇਵਾਂਗਾ। And in the word of God in book of Revelation chapter 3, we will see the church of Sardis, and the Lord said to them that if you stay put, I will give you white garments to wear. Revelation chapter 3 verse 4-5। ਜੀ ਹਾਂ। ਪਰ ਤੇਰੇ ਕੋਲ ਸਾਰਦੀਸ ਵਿੱਚ ਅਜੇ ਵੀ ਕੁਝ ਮਨੁੱਖ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਅਸ਼ੁੱਧ ਨਹੀਂ ਕੀਤੇ ਹਨ। ਉਹ ਮੇਰੀ ਸੰਗਤ ਵਿੱਚ ਚਿੱਟੇ ਕੱਪੜੇ ਪਹਿਨੀ ਚੱਲਣਗੇ, ਕਿਉਂਕਿ ਉਹ ਇਸ ਯੋਗ ਹਨ। ਉਹ ਜੋ ਜਿੱਤ ਪ੍ਰਾਪਤ ਕਰਦਾ ਹੈ ਉਸ ਨੂੰ ਉਹਨਾਂ ਵਰਗੇ ਕੱਪੜੇ ਪਹਿਨਾਏ ਜਾਣਗੇ, ਅਤੇ ਮੈਂ ਉਸ ਦਾ ਨਾਂ ਜੀਵਨ ਦੀ ਪੋਥੀ ਵਿੱਚੋਂ ਨਹੀਂ ਮਿਟਾਵਾਂਗਾ। ਮੈਂ ਉਸ ਦਾ ਇਕਰਾਰ ਆਪਣੇ ਪਿਤਾ ਅਤੇ ਉਸ ਦੇ ਸਵਰਗ ਦੂਤਾਂ ਦੇ ਸਾਹਮਣੇ ਕਰਾਂਗਾ। ਪਰਮੇਸ਼ਰ ਨੇ ਕਦੇ ਵੀ ਐਂਜਲਸ ਨੂੰ ਕੱਪੜੇ ਪਹਿਨਣ ਨੂੰ ਨਹੀਂ ਦਿੱਤੇ, ਨਾ ਹੀ ਪੁਰਾਣੇ ਨਿਯਮ ਦੇ ਸੰਤਾਂ ਨੂੰ ਚਿੱਟੇ ਗਾਰਮੈਂਟ ਪਹਿਨਣ ਨੂੰ ਦਿੱਤੇ ਨੇ। ਇਹ ਸਿਰਫ ਪ੍ਰਭੂ ਯਿਸੂ ਮਸੀਹ ਦੀ ਦੁਲਹਨ ਆ, ਚਰਚ ਆ, ਜਿਹਨੂੰ ਇਹ ਬਰਕਤ ਮਿਲਣੀ ਆ ਕੱਪੜੇ ਪਹਿਨਣ ਦੇ ਚਿੱਟੇ ਰੰਗ ਦੇ। And the Lord never gave the authority for the angels to wear the white garments or the Old Testament saints, but it's the church of the Lord, the bride of the Lord, who's going to be wearing those white garments. ਚੌਥੇ ਨੰਬਰ ਤੇ ਪ੍ਰਾਪਤ ਭੈਣੋ, ਇਹਨਾਂ ਦੇ ਸਿਰ ਤੇ ਮੁਕਟ ਰੱਖੇ ਗਏ ਨੇ, ਇਹਨਾਂ ਨੂੰ ਮੁਕਟ ਪਹਿਨਣ ਨੂੰ ਦਿੱਤੇ ਗਏ ਨੇ, ਤੇ ਮੁਕਟ ਜਿਹੜੇ ਨੇ ਉਹ ਵੀ ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ, ਯਾਨੀ ਕਿ ਜਿਨ੍ਹਾਂ ਨੇ ਮੁਕਟ ਪਹਿਨੇ ਨੇ ਉਹ ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ। And number 4, they have been given crowns to wear on their heads, and who are the ones who are wearing those crowns? Those are those elders, and they are representing the church.
ਇਹ ਰਾਜਿਆਂ ਦੇ ਕਰਾਊਨਸ ਨਹੀਂ ਪਹਿਨ ਰਹੇ, ਇਹ ਜੇਤੂਆਂ ਦੀ ਕਰਾਊਨਸ ਪਹਿਨ ਰਹੇ ਨੇ, ਯਾਨੀ ਕਿ ਵਿਕਟੋਰੀਅਸ ਕਰਾਊਨਸ ਇਹਨਾਂ ਨੂੰ ਪਹਿਨਾਏ ਗਏ ਨੇ। And they are not wearing those crowns that the kings would wear. They are wearing the crowns of victory. ਹੁਣ ਜੇ ਕਿਸੇ ਦੇ ਕੋਲੇ ਬੋਡੀ ਨਾ ਹੋਵੇ, ਜਿਹੜੀਆਂ ਰੂਹਾਂ ਹੈਗੀਆਂ ਨੇ, ਉਹਨਾਂ ਦੇ ਸਿਰ ਤੇ ਕਰਾਊਨ ਰੱਖ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਕੋਲ ਬੋਡੀ ਨਹੀਂ ਗੀ। ਲੇਕਿਨ ਇਹ ਜਿਹੜਾ ਚਰਚ ਹੈਗਾ ਆ, ਇਹ ਰੈਸੂਰੈਕਟ ਹੋ ਗਿਆ ਆ, ਰੈਸੂਰੈਕਸ਼ਨ ਬੋਡੀ ਦੇ ਨਾਲ, ਤੇ ਸਵਰਗ ਦੇ ਵਿੱਚ ਇਹਨਾਂ ਨੂੰ ਗਲੋਰੀਫਾਈਡ ਬੋਡੀ ਦਿੱਤੀ ਗਈ ਆ। ਹੁਣ ਉਸ ਬੋਡੀ ਦੇ ਸਿਰ ਦੇ ਉੱਤੇ ਮੁਕਟ ਰੱਖੇ ਜਾ ਸਕਦੇ ਨੇ, ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ। And the crowns, they cannot be put on spirits. So at that time, those 24 elders, they've been resurrected. That's the church been resurrected, and they have been given the glorified body, and those glorified bodies are wearing those crowns. ਪ੍ਰਕਾਸ਼ ਦੀ ਪੋਥੀ ਚੈਪਟਰ 4 ਵਰਸ 10 ਦੇ ਵਿੱਚ ਜੇ ਤੁਸੀਂ ਦੇਖੋ, ਕਲੀਅਰਲੀ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਉਦੋਂ ਇਹ ਆਪਣੇ ਕਰਾਊਨਸ ਜਿਹੜੇ ਨੇ ਲਾ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਰੱਖਦੇ ਨੇ, ਤੁਹਾਡੀ ਬੜਾਈ ਕਰਦੇ ਨੇ, ਉਹਦੀ ਮਹਿਮਾ ਕਰਦੇ ਨੇ। And again, we're going to see in the book of Revelation chapter 4 verse 10 that how then later they take out those crowns off their heads and put it on Lord's feet and worship him. ਜੀ ਹਾਂ, Revelation chapter 4 verse 10। ਉਸੇ ਘੜੀ 24 ਬਜ਼ੁਰਗ ਉਸ ਦੇ ਸਾਹਮਣੇ ਮੂੰਹ ਭਾਰ ਡਿੱਗ ਕੇ ਪ੍ਰਣਾਮ ਕਰਦੇ ਹਨ। ਉਹ ਆਪਣੇ ਤਾਜ ਲਾ ਕੇ ਸਿੰਘਾਸਨ ਦੇ ਸਾਹਮਣੇ ਇਹ ਕਹਿ ਕੇ ਰੱਖਦੇ ਹਨ। ਵਾਓ, ਤਾਜ ਲਾ ਕੇ ਉਹਨਾਂ ਪਰਮੇਸ਼ਰ ਦੀ ਵਡਿਆਈ ਕਰਦੇ ਨੇ। ਤੇ ਤੀਸਰੇ ਚੈਪਟਰ ਵਿੱਚ ਦੇਖੋ ਤੁਸੀਂ, ਵਰਸ 11 ਦੇ ਵਿੱਚ ਪ੍ਰਭੂ ਨੇ ਕਿਹਾ ਸੀਗਾ ਵੀ ਜਿਹੜੇ ਫੇਥਫੁਲ ਨੇ, ਸਿਰਫ ਮੈਂ ਉਹਨਾਂ ਨੂੰ ਇਹ ਕਰਾਉਂ। ਪ੍ਰਭੂ ਨਾ ਪੁਰਾਣੇ ਨੇਮ ਦੇ ਵਿੱਚ ਪ੍ਰੋਮਿਸ ਕੀਤੇ ਗਏ ਨੇ ਇਸ ਤਰ੍ਹਾਂ ਦੇ ਕਰਾਉਣ, ਨਾ ਹੀ ਐਂਜਲਸ ਨੂੰ ਪ੍ਰੋਮਿਸ ਕੀਤੇ ਗਏ ਨੇ ਕੋਈ ਇਦਾਂ ਦੇ ਕਰਾਉਣ। ਦੇਖੋ ਪੜ੍ਹ ਕੇ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ। And we will read in the book of Revelation chapter 3:11 as well that we know that those type of crowns have never been promised to angels or Old Testament saints. We're going to read in Revelation 3 verse 11. Let's see what it says. ਜੀ ਹਾਂ, Revelation 3:11। ਦੇਖ ਮੈਂ ਛੇਤੀ ਹੀ ਆ ਰਿਹਾ ਹਾਂ, ਤੂੰ ਉਸ ਨੂੰ ਜੋ ਤੇਰੇ ਕੋਲ ਹੈ ਮਜ਼ਬੂਤੀ ਨਾਲ ਫੜੀ ਰੱਖ, ਤਾਂ ਜੋ ਤੇਰੇ ਤਾਜ ਨੂੰ ਕੋਈ ਦੂਜਾ ਨਾ ਲੈ ਲਵੇ। ਮਜ਼ਬੂਤੀ ਨਾਲ ਫੜੀ ਰੱਖ ਜੋ ਤੇਰੇ ਕੋਲ ਹੈ। ਕੀ ਉਹ ਖਜ਼ਾਨਾ ਕਿਹੜਾ ਹੈ? ਉਹ ਖਜ਼ਾਨਾ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ। Hallelujah. The word of God says that I am coming soon. Hold on to what you have so that no one will take your crown. What is that treasure that we have to hold on to? Is the name of Lord Jesus Christ. ਇਹਨਾਂ ਕਰਾਊਨਸ ਨੂੰ ਇਨਕਰਪਟੇਬਲ ਕਰਾਊਨਸ ਵੀ ਕਿਹਾ ਗਿਆ ਹੈ। These crowns are also being called incorruptible crowns. ਸੋ ਚੌਥੇ ਨੰਬਰ ਤੇ ਪ੍ਰਭੂ ਦੇ ਉਹਨਾਂ ਦੇ ਸਿਰ ਤੇ ਮੁਕਟ ਦੇਖ ਕੇ ਕੰਫਰਮ ਹੁੰਦਾ ਹੈ ਕਿ ਵਾਕਈ ਉਹ 24 ਬਜ਼ੁਰਗ ਜਿਹੜੇ ਨੇ ਉਹ ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ। And so we see these crowns and all the verses that we have been reading. So it confirms that those 24 elders are the church of the Lord. ਸੋ ਪੰਜਵੇਂ ਨੰਬਰ ਤੇ ਪ੍ਰਭੂ ਦੇ ਬਣਾ ਉਹਨਾਂ ਦੇ ਵਰਸ਼ਿਪ ਕਰਨ ਦਾ ਤਰੀਕਾ ਦੇਖ ਕੇ, ਉਹਨਾਂ ਦੇ ਵਰਸ਼ਿਪ ਦੀਆਂ ਲਾਈਨਾਂ ਨੂੰ ਸੁਣ ਕੇ, ਅੰਡਰਸਟੈਂਡ ਕਰਕੇ ਇਹ ਪਤਾ ਚੱਲਦਾ ਹੈ ਕਿ ਵਾਕਈ ਉਹ ਚਰਚ ਨੂੰ ਰਿਪਰੈਜ਼ੈਂਟ ਕਰਦੇ ਨੇ। And number 5, just by hearing their worship and the words that they are singing, it shows that they are actually the church of the Lord. Revelation chapter 4 verse 11 ਦੇ ਵਿੱਚ ਜਦੋਂ ਉਹ ਵਰਸ਼ਿਪ ਕਰਦੇ ਨੇ, ਉਹ ਪਰਮੇਸ਼ਰ ਦੀ ਕ੍ਰੀਏਸ਼ਨ ਨੂੰ, ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਵਡਿਆਈ ਨੂੰ ਦੇਖ ਕੇ ਰੱਬ ਦੀ ਵਡਿਆਈ ਕਰਦੇ ਨੇ ਤੇ ਉਹਨੂੰ ਮਹਿਮਾ ਤੇ ਜਲਾਲ ਦਿੰਦੇ ਨੇ। And in the book of Revelation chapter 4 verse 11, they are worshiping the creation of the Lord and they're giving him worship when they sing about the creation. ਆਓ ਦੇਖੀਏ Revelation 4:11। ਜੀ ਹਾਂ, ਤੂੰ ਹੈ ਸਾਡਾ ਪ੍ਰਭੂ ਪਰਮੇਸ਼ਵਰ ਜੋ ਮਹਿਮਾ, ਆਦਰ ਅਤੇ ਬਲ ਪ੍ਰਾਪਤੀ ਦੇ ਯੋਗ ਹੈ, ਕਿਉਂਕਿ ਤੂੰ ਸਭ ਚੀਜ਼ਾਂ ਦੀ ਰਚਨਾ ਕੀਤੀ ਹੈ। ਸਭ ਚੀਜ਼ਾਂ ਦੀ ਰਚਨਾ ਕੀਤੀ ਹੈ। ਉਹ ਰਚਨਾ ਨੂੰ ਦੇਖ ਕੇ, ਰਚਨਾ ਨੂੰ ਅੰਡਰਸਟੈਂਡ ਕਰਕੇ ਉਹਦੇ ਵਰਡ ਵਰਸ਼ਿਪ ਦੇ ਲਾ ਕੇ ਪ੍ਰਭੂ ਨੂੰ ਵਡਿਆਈ ਕਰਦੇ ਨੇ। And all the creation, they talk about the creation of the Lord, and then they see all the creation, and then accordingly they worship the Lord. Chapter 5 verse 9 ਦੇ ਵਿੱਚ ਦੇਖੋ, ਜਿਹਦੇ ਵਿੱਚ ਉਹ ਰਿਡੈਂਪਸ਼ਨ ਨੂੰ ਦੇਖ ਕੇ, यानी कि प्रभु यीशु मसीह जी ने जो सलीब ते अपनी जान दी थी, उन्हें देख के परमेश्वर की वड्याई कर रहे हैं। And again we will see another verse, and we'll see by seeing the redemption, the Lord Jesus that gave his life for us, according to that then they worship the Lord. Chapter 5 verse 9 Revelation। जी हाँ, ਉਹ ਨਵਾਂ ਭਜਨ ਗਾ ਰਹੇ ਸਨ, ਤੂੰ ਪੁਸਤਕ ਨੂੰ ਖੋਲਣ ਅਤੇ ਸੀਲਾਂ ਨੂੰ ਤੋੜਨ ਦੇ ਯੋਗ ਹੈ, ਕਿਉਂਕਿ ਤੂੰ ਕਤਲ ਕੀਤਾ ਗਿਆ ਸੀ। ਤੂੰ ਆਪਣੀ ਮੌਤ ਦੇ ਦੁਆਰਾ ਪਰਮੇਸ਼ਰ ਦੇ ਲਈ ਹਰ ਕਬੀਲੇ, ਬੋਲੀ ਅਤੇ ਕੌਮ ਦੇ ਮਨੁੱਖ ਖਰੀਦੇ ਹਨ।
ਰੱਬ ਦੀ ਕ੍ਰੀਏਸ਼ਨ ਨੂੰ ਦੇਖ ਕੇ ਰੱਬ ਦੀ ਵਡਿਆਈ ਕਰਦੇ ਨੇ, ਰਿਡੈਂਪਸ਼ਨ ਨੂੰ ਦੇਖ ਕੇ ਰੱਬ ਦੀ ਵਡਿਆਈ ਕਰਦੇ ਨੇ, ਤੇ ਪ੍ਰਭੂ ਤੇ ਭੈਣੋ ਜਜਮੈਂਟ ਜਿਹੜੀ ਹੋਣ ਜਾ ਰਹੀ ਆ ਉਹਨੂੰ ਵੀ ਦੇਖ ਕੇ ਰੱਬ ਦੀ ਵਡਿਆਈ ਕਰਨਗੇ। 19ਵੇਂ ਚੈਪਟਰ ਦੇ ਵਿੱਚ ਵਰਸ 2 ਪੜਾਂਗੇ। And then they are worshiping the Lord by seeing the creation of the Lord or the redemption of Lord Jesus Christ. And also we will read another verse that the judgment, they see the judgment and they also worship the Lord. ਜੀ ਹਾਂ, ਕਿਉਂਕਿ ਉਸ ਦਾ ਨਿਆਂ ਸੱਚਾ ਤੇ ਭਲਾ ਹੈ। ਉਸ ਨੇ ਉਸ ਮਹਾਨ ਵੇਸ਼ਵਾ ਦੇ ਵਿਰੁੱਧ ਫੈਸਲਾ ਦਿੱਤਾ ਹੈ ਜਿਸ ਨੇ ਆਪਣੇ ਵਿਚਾਰ ਦੁਆਰਾ ਸਭ ਧਰਤੀ ਨੂੰ ਨਾਸ਼ ਕੀਤਾ ਹੈ। ਪਰਮੇਸ਼ਰ ਨੇ ਉਸ ਨੂੰ ਆਪਣੇ ਦਾਸਾਂ ਦੀ ਮੌਤ ਲਈ ਸਜ਼ਾ ਦਿੱਤੀ ਹੈ। ਹਾਂ, ਜਜਮੈਂਟ ਨੂੰ ਦੇਖ ਕੇ ਪਰਮੇਸ਼ਰ ਸੱਚਾ ਵਚਨ ਆ, ਸੱਚਾ ਪਰਮੇਸ਼ਰ ਆ ਤੇ ਰੱਬ ਦੀ ਵਡਿਆਈ ਕਰ ਰਹੇ ਨੇ। Lord is a true God. He's the worthy God. So they see the judgment, true judgment of the Lord, and they worship him. 11ਵੇਂ ਚੈਪਟਰ ਦੇ ਪ੍ਰਕਾਸ਼ ਦੀ ਪੋਥੀ 11:17 ਦੇ ਵਿੱਚ ਵੀ ਆਪਾਂ ਨੂੰ ਨਜ਼ਰ ਆਉਂਦਾ ਹੈ ਕਿ ਇਹ ਜਿਹੜੇ ਬਜ਼ੁਰਗ ਨੇ ਇਹ ਪਰਮੇਸ਼ਰ ਦੇ ਰਾਜ ਨੂੰ ਦੇਖ ਕੇ ਤੇ ਜੋ ਰਾਜ ਕਰਨ ਜਾ ਰਹੇ ਨੇ ਉਹਨੂੰ ਦੇਖ ਕੇ ਰੱਬ ਦੀ ਵਡਿਆਈ ਕਰਦੇ ਨੇ। And we also see in Revelation 11 verse 17 that by seeing the great power of the Lord in the Almighty, they also worship the Lord. ਜੀ ਪੜਾਂਗੇ ਪ੍ਰਕਾਸ਼ ਦੀ ਪੋਥੀ 11:17। ਅਤੇ ਉਹ ਬੋਲੇ, हे ਪ੍ਰਭੂ ਪਰਮੇਸ਼ਰ, ਤੂੰ ਜੋ ਹੈ ਅਤੇ ਹੈ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਆਪਣੀ ਮਹਾਨ ਸ਼ਕਤੀ ਦੁਆਰਾ ਰਾਜ ਸ਼ੁਰੂ ਕਰ ਦਿੱਤਾ। ਰਾਜ ਸ਼ੁਰੂ ਕਰ ਦਿੱਤਾ। ਦੇਖੋ ਇਹ ਅੰਡਰਸਟੈਂਡ ਕਰਦੇ ਨੇ ਤੇ ਇਹਨਾਂ ਨੇ ਗੀਤ ਜਿਹੜੇ ਨੇ ਉਹ ਬਣਾਏ ਹੋਏ ਨੇ ਰੱਬ ਦੀ ਕ੍ਰੀਏਸ਼ਨ ਦੇ ਉੱਤੇ, ਗੀਤ ਬਣਾਏ ਹੈਗੇ ਨੇ ਉਹ ਪਰਮੇਸ਼ਰ ਦੇ ਰਿਡੈਂਪਸ਼ਨ ਦੇ ਉੱਤੇ, ਪਰਮੇਸ਼ਰ ਦੀ ਜਜਮੈਂਟ ਦੇ ਉੱਤੇ ਤੇ ਪ੍ਰਭੂ ਦੇ ਬਣਾ ਪਰਮੇਸ਼ਰ ਦੇ ਰਾਜ ਦੇ ਉੱਤੇ। ਤੇ ਗੀਤਾਂ ਨੂੰ ਅੰਡਰਸਟੈਂਡ ਕਰਕੇ ਪਤਾ ਲੱਗਦਾ ਇਹ ਵਾਕਈ ਚਰਚ ਹੈ। And in this verse they say that they begin to worship the Lord by his reign, how he began to reign. So they are seeing how God is judging and the redemption of the Lord and the reign, the kingdom of the Lord. They're seeing all those things and then accordingly they're worshiping the Lord. 6ਵੇਂ ਨੰਬਰ ਤੇ ਇਹਨਾਂ ਕੋਲੇ ਕਲੀਅਰ ਕੱਟ ਨੌਲੇਜ ਹੈ ਜੋ ਰੱਬ ਦੀ ਪਲਾਨ ਹੈ ਤੇ ਇਹ ਨੌਲੇਜ ਐਂਜਲਸ ਨੂੰ ਨਹੀਂ ਮਿਲ ਸਕਦੀ, ਨਾ ਹੀ ਪੁਰਾਣੇ ਨਿਯਮ ਦੇ ਸੰਤਾਂ ਨੂੰ ਮਿਲ ਸਕਦੀ, ਸਿਰਫ ਚਰਚ ਨੂੰ ਮਿਲ ਸਕਦੀ ਹੈ। And number 6, we can see that very clearly they have the knowledge of the Lord. That particular knowledge the angels or the Old Testament saints don't have. ਤੁਹਾਨੂੰ ਯਾਦ ਹੋਏਗਾ ਕਿ ਪਰਮੇਸ਼ਰ ਦੇ ਬਚਨ ਦੇ ਵਿੱਚ ਇੱਕ ਐਲਡਰ ਆ ਕੇ ਪੁੱਛਦਾ ਹੈਗਾ ਜਾਂ ਬਾਅਦ ਵਿੱਚ ਆ ਕੇ ਯਹੋਨਾ ਨੂੰ ਵੀ ਆ ਜਿਹੜੇ ਆ ਰਹੇ ਨੇ ਤੈਨੂੰ ਪਤਾ ਹੈ ਕੌਣ ਨੇ? ਤੇ ਉਹ ਯਹੋਨਾ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕੌਣ, ਤੂੰ ਹੀ ਦੱਸ। ਤੇ ਫਿਰ ਇਹ ਜਿਹੜੇ ਐਲਡਰਸ ਹੈਗੇ ਨੇ ਇਹਨਾਂ ਚੋਂ ਇੱਕ ਜਿਹੜਾ ਸੀ ਉਹ ਦੱਸਦਾ ਵੀ ਇਹ ਜਿਹੜੇ 7 ਸਾਲਾਂ ਦੇ ਵਿੱਚ ਬਚਾਏ ਜਾਣਗੇ ਉਹ ਸੇਂਟਸ ਨੇ। And later on, you probably remember that at one point somebody came to John and then angel, and he asked him, do you know who are all these people who are coming? And an angel said, no, I don't know. And then one of the elders, he told John that those are those people who will be saved, who have been saved in after 7 years of tribulation. ਜੌਨ 15 ਪੜਾਂਗੇ ਆਪਾਂ, ਜੌਨ ਦੀ ਬੁੱਕ ਆਫ ਜੌਨ ਉਹਦਾ 15 ਚ ਪੜਾਂਗੇ। ਪ੍ਰਭੂ ਯਿਸੂ ਮਸੀਹ ਨੇ ਇੱਕ ਵਾਅਦਾ ਕੀਤਾ ਸੀਗਾ, ਉਹ ਵਾਅਦਾ ਉਹਨਾਂ ਨੇ ਕਦੇ ਐਂਜਲਸ ਨਾਲ ਨਹੀਂ ਕੀਤਾ, ਨਾ ਪੁਰਾਣੇ ਨਿਯਮ ਦੇ ਨਾਲ ਕੀਤਾ ਆ, ਲੇਕਿਨ ਸਿਰਫ ਉਹ ਚਰਚ ਦੇ ਲੋਕਾਂ ਨਾਲ ਕੀਤਾ ਸੀ, ਸੰਤਾਂ ਨਾਲ। And we're going to read in the book of John chapter 15 verse 15. There's a promise that God made only to the church, never to the angels or the Old Testament saints. ਜੀ ਹਾਂ, ਯਹੋਨਾ ਸੰਤ ਯਹੋਨਾ 15। ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਕਹਾਂਗਾ ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਹਾਂ, ਨੌਕਰ ਨਹੀਂ ਜਾਣਦਾ ਕਿ ਉਹਦਾ ਮਾਲਕ ਕੀ ਕਰਦਾ। ਐਂਜਲਸ ਜਿਹੜੇ ਨੇ ਉਹ ਨੌਕਰ ਨੇ, ਸੇਵਕ ਸੇਵਾਦਾਰ ਨੇ, ਉਹ ਨਹੀਂ ਜਾਣਦੇ ਕਿ ਉਹਦਾ ਮਾਲਿਕ ਕੀ ਕਰਦਾ ਹੈ। ਲੇਕਿਨ ਕਹਾਂ ਪੜੋ, ਮੈਂ ਤੁਹਾਨੂੰ ਮਿੱਤਰ ਕਿਹਾ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਦੱਸ ਦਿੱਤਾ ਹੈ। ਹਾਂ, ਮਿੱਤਰ ਕਿਹਾ ਆ, ਜਾਨੀ ਕਿ ਰੱਬ ਆਪਣਾ ਮਿੱਤਰ ਆ, ਜਾਨੀ ਕਿ ਉਹ ਲੋਕ ਜਾਣਦੇ ਨੇ ਜੋ ਪਰਮੇਸ਼ਰ ਕਰਨ ਜਾ ਰਿਹਾ ਹੈ। And it says in that verse that a servant does not know his master's business. That means he never calls us now called us servants. The angels are the servants who are serving us, but now he calls us friend. ਆਖਰ ਦੇ ਵਿੱਚ ਪ੍ਰਭੂ ਦੇ ਭੈਣੋ 7ਵਾਂ ਪੁਆਇੰਟ ਹੋਏਗਾ ਆਪਣਾ ਕਿ ਇਹ ਜਿਹੜੇ ਨੇ ਇਹ ਜਿਹੜੇ ਚਰਚ ਹੈਗੇ ਨੇ ਇਹ ਐਸੋਸੀਏਸ਼ਨ ਜਿਹੜੀ ਇਹਨਾਂ ਦੀ ਹੈਗੀ ਆ ਇਹ ਪ੍ਰੀਸਟਹੁੱਡ ਮਿਨਿਸਟਰੀ ਦੇ ਨਾਲ ਆ, ਜਾਨੀ ਕਿ ਇਹ ਪਰਮੇਸ਼ਰ ਨੂੰ ਪ੍ਰੈਜ਼ੈਂਟ ਕਰਦੇ ਨੇ ਕੁਝ। And number 7, the last point that we're going to see, that the association, they're associated to the priesthood ministry. ਤੇ ਇਹ ਜਿਹੜੀ ਪ੍ਰੀਸਟਲੀ ਮਿਨਿਸਟਰੀ ਜਿਹੜੀ ਹੈਗੀ ਆ ਇਹ ਪੜਾਂਗੇ ਆਪਾਂ ਪ੍ਰਕਾਸ਼ ਦੀ ਪੋਥੀ ਦੇ ਵਿੱਚ 5ਵੇਂ ਦਾ 8ਵਾਂ ਵਰਸ ਦੇਖਾਂਗੇ, ਜਿਹਦੇ ਵਿੱਚ ਆਪਾਂ ਨੂੰ ਨਜ਼ਰ ਆਏਗਾ ਵੀ ਇਹ ਕੁਝ ਦੇ ਰਹੇ ਨੇ ਪਰਮੇਸ਼ਰ ਨੂੰ, ਇਹ ਪਰਮੇਸ਼ਰ ਨੂੰ ਮਿਨਿਸਟਰ ਕਰ ਰਹੇ ਹੈਗੇ ਨੇ।
And we're going to see in Revelation 5:8 that they are ministering the Lord. And let's read the verse and see what is that. ਜੀ ਹਾਂ, ਪ੍ਰਕਾਸ਼ ਦੀ ਪੋਥੀ 5ਵਾਂ ਚੈਪਟਰ ਉਹਦਾ 8ਵਾਂ ਵਰਸ ਪੜਾਂਗੇ। ਜਦੋਂ ਮੇਮਣੇ ਨੇ ਉਹ ਪੋਥੀ ਲੈ ਲਈ ਤਾਂ ਚਾਰੇ ਜਾਨਦਾਰ ਅਤੇ 24 ਬਜ਼ੁਰਗਾਂ ਨੇ ਧਰਤੀ ਤੇ ਮੂੰਹ ਪਰ ਡਿੱਗ ਕੇ ਮੇਮਣੇ ਨੂੰ ਪ੍ਰਣਾਮ ਕੀਤਾ। ਉਹਨਾਂ ਸਭ ਦੇ ਹੱਥਾਂ ਵਿੱਚ ਇੱਕ ਇੱਕ ਸਤਾਰ ਵਰਗਾ ਸਾਜ਼ ਅਤੇ ਧੂਪ ਨਾਲ ਭਰੇ ਹੋਏ ਕਟੋਰੇ ਸਨ। ਇਹ ਪਰਮੇਸ਼ਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ। ਉਹਨਾਂ ਕਟੋਰਿਆਂ 'ਚ ਪ੍ਰਾਰਥਨਾਵਾਂ ਨੇ, ਲੇਕਿਨ ਜਿਹੜੇ ਸਿਤਾਰ ਫੜੇ ਨੇ ਉਹ ਵਰਸ਼ਿਪ ਨੂੰ ਰਿਪਰੈਜ਼ੈਂਟ ਕਰਦਾ। ਇਹ ਵਰਸ਼ਿਪ ਦੇ ਰਹੇ ਨੇ, ਇਹ ਪ੍ਰਾਰਥਨਾ ਦੇ ਰਹੇ ਨੇ। ਕੌਣ ਨੇ ਇਹ? ਚਰਚਾ ਪ੍ਰਭੂ ਯਿਸੂ ਮਸੀਹ ਜੀ ਦਾ। And here it says that each one of them had a harp and they were holding golden bowls full of incense, which are the prayers of God's people. So they are giving the worship and the prayers to the Lord. ਇਹਨਾਂ 24 ਤਖਤਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਦਾ ਪੂਰਾ ਚਰਚ ਬੈਠੇਗਾ। And on these 24 thrones, Lord Jesus' church will be sitting on them. ਮੇਰਾ ਸਵਾਲ ਹੈਗਾ ਕਿ ਤੁਸੀਂ ਉਹਨਾਂ ਤਖਤਾਂ ਦੇ ਵਿੱਚ ਬੈਠੋਗੇ ਜਾਂ ਨਹੀਂ? And my question today is, are you will be sitting on one of those thrones or not? ਕਿ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਫੜਿਆ ਹੋਇਆ ਹੈਗਾ ਦੱਬ ਕੇ? Are you really hanging on to Lord Jesus tightly? ਕਿ 24 ਘੰਟੇ ਤੁਹਾਡੀਆਂ ਸੋਚਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਬਸਦੇ ਨੇ ਜਾਂ ਨਹੀਂ? Is it 24 hours in the day Lord Jesus is in your mind and your heart? ਇਹ ਮੌਕਾ ਆ ਪ੍ਰਭੂ ਨੂੰ ਦੱਬ ਕੇ ਫੜ ਲੈਣ ਦਾ। And this is the opportunity to hang on to Lord and hold tight of Lord Jesus. ਕਿਸੇ ਵੀ ਸਮੇਂ ਤੂਰੀ ਫੂਕੀ ਜਾ ਸਕਦੀ ਆ ਤੇ ਚਰਚ ਚੱਕਿਆ ਜਾਵੇਗਾ ਤੇ ਜਾ ਕੇ ਆਪਾਂ ਉਸ 24 ਤਖਤਾਂ ਤੇ ਬਹਿਣਾ ਜਾ ਕੇ। Anytime the trumpet will be blown and the church will be raptured, and then we will be sitting up there on those 24 thrones. ਆਓ ਇੱਕ ਬੇਨਤੀ ਕਰੀਏ। Let's pray all together today. ਪਰਮੇਸ਼ਰ ਪਿਤਾ, Lord Father, ਮੈਂ ਪਾਪੀ ਇਨਸਾਨ ਹਾਂ। I'm a sinner. ਮੈਂ ਇਸ ਲਾਇਕ ਨਹੀਂ ਸੀਗਾ ਕਿ ਤੁਸੀਂ ਮੈਨੂੰ ਏਡੀ ਵੱਡੀ ਜਗ੍ਹਾ ਦੇਵੋ ਤੇ ਦਰਜਾ ਦੇਵੋ। I was never worthy of receiving such a position in your kingdom. ਲੇਕਿਨ ਤੁਹਾਡੀ ਮਹਿਮਾ ਦੇ ਕਰਕੇ, But because of your grace and mercy, ਤੁਹਾਡੀ ਕਿਰਪਾ ਤੇ ਦਇਆ ਦੇ ਕਰਕੇ ਤੁਸੀਂ ਮੈਨੂੰ ਚੁਣ ਲਿਆ ਤੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਫ਼ ਕੀਤਾ। because of your grace and mercy, you have chosen me and you cleansed me with your holy blood. ਪ੍ਰਭੂ ਜੀ, ਮੈਂ ਤੋਬਾ ਕਰਨਾ ਚਾਹੁੰਦਾ ਹਾਂ। And Lord, today I want to repent ਆਪਣੇ ਸਾਰੇ ਪਾਪਾਂ ਤੋਂ from all my sins ਯਿਸੂ ਨਾਮ ਦੇ ਵਿੱਚ। in the name of Jesus. ਪਵਿੱਤਰ ਆਤਮਾ ਜੀ, Holy Spirit, ਮੇਰੀ ਮਦਦ ਕਰੋ please help me ਤਾਂ ਕਿ ਜਦੋਂ ਧੂਰੀ ਫੁੱਕ ਜਾਵੇ so that when the trumpet has been blown, ਮੈਂ ਵੀ ਚੁੱਕਿਆ ਜਾਵਾਂ। I will too be taken up with the ਮੈਂ rest. ਵਾਅਦਾ ਕਰਦਾ ਹਾਂ And I promise ਕਿ ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖਾਂਗਾ that I will hold on to this treasure very dearly. ਤੇ ਤੈਨੂੰ ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਣ ਦੇਵਾਂਗਾ। And I will give you all the praise and all the honor. ਯਿਸੂ ਨਾਮ ਦੇ ਵਿੱਚ ਮੰਗਦੇ ਹਾਂ। In the name of Jesus, I pray. ਆਮੀਨ। Amen. ਆਮੀਨ। Amen. God bless you। God bless you, everyone. ਜੈ ਮਸੀਹ ਦੀ ਸਾਰਿਆਂ ਨੂੰ। Praise the Lord. Amen.